ਨਾਮ ਸਿਮਰ ਚਿੰਤਾ ਸਭ ਜਾਏ। ਨਾਮ ਸਿਮਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਤੀਜਾ। ਘਰ ਹੀ ਸੌਦਾ ਪਾਈਐ, ਅੰਤਰ ਸਭ ਵਤ ਹੋਏ। ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਭਾਵੈ ਕੋਈ। ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਈ। ਮੇਰੇ ਮਨ ਤਜ ਨਿੰਦਾ ਹੋਮੈ ਹੰਕਾਰ, ਹਰ ਜੀਉ ਸਦਾ ਧਿਆਏ ਤੂੰ। ਗੁਰਮੁਖ ਏਕ ਓੰਕਾਰ ਰਹਾਉ। ਮਨ ਮੇਰੇ ਤਜ ਨਿੰਦਾ ਹੋਮੈ ਅਹੰਕਾਰ, ਹਰ ਜੀਉ ਸਦਾ ਧਿਆਏ ਤੂੰ। ਗੁਰਮੁਖ ਏਕ ਓੰਕਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਅਪਾਰ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਆਪਾਂ ਨੂੰ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਬਖਸ਼ਦੇ ਨੇ, ਟੁੱਟ ਕੇ ਤਰਸ ਕਰਕੇ। ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਸ੍ਰੀ ਰਾਗ ਚੱਲ ਰਿਹਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈ। 42ਵਾਂ ਸ਼ਬਦ ਹੈ ਵਾਹਿਗੁਰੂ ਜੀ ਇਹ ਸ੍ਰੀ ਰਾਗ ਅੰਦਰ। 9ਵਾਂ ਸ਼ਬਦ ਹੈ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ। 8 ਸ਼ਬਦ ਉਹਨਾਂ ਦੇ ਕੰਪਲੀਟ ਹੋਏ ਹੈ ਕੱਲ। 9ਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 29 ਤੋਂ 30 ਤੇ ਸੁਭਾਈਮਾਨ ਹੈ। ਜੋ ਰਹਾਉ ਦਾ ਬੰਦ ਹੈ, ਸਾਹਿਬ ਫਰਮਾਉਂਦੇ ਹਨ, ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ। ਸਾਰੀ ਖੇਡ ਵਾਹਿਗੁਰੂ ਮਨ ਤੇ ਆ ਕੇ ਖੜੀ ਹੈ। ਮਨ ਨੂੰ ਸੰਬੋਧਨ ਕਰਦਿਆਂ ਸਾਹਿਬ ਫਰਮਾਉਂਦੇ ਨੇ, ਭਈ ਤੂੰ ਜਿਹੜੇ ਮਾੜੇ ਕੰਮ ਨੇ ਛੱਡ ਦੇ। ਨਿੰਦਿਆ ਹਉਮੈ ਤੇ ਹੰਕਾਰ ਨੂੰ ਛੱਡ ਦੇ। ਪਰ ਛੱਡਦਾ ਕਿੱਥੇ ਵਾਹਿਗੁਰੂ? ਮਨ ਨਹੀਂ ਛੱਡਦਾ, ਮਨ ਨਹੀਂ ਛੱਡਦਾ। ਮਨ ਰਾਜਾ ਸੁਲਤਾਨ, ਮਨ ਬਹੁਤ ਡਾਢਾ ਵਾਹਿਗੁਰੂ, ਮਨ ਬੜਾ ਡਾਢਾ। ਸਾਰਾ ਜੋ ਸਿਸਟਮ ਚੱਲ ਰਿਹਾ ਨਾ ਸਰੀਰ ਦੇ ਅੰਦਰ, ਇਹਦਾ ਸੂਤਰਧਾਰ ਮਨ ਹੈ। ਮਨ ਦੇ ਮਗਰ ਸਾਰੇ ਲੱਗ ਕੇ ਕੰਮ ਹੁੰਦੇ ਆ, ਕਿਉਂਕਿ ਹੁਕਮ ਮਨ ਕਰਦਾ। ਸਾਹਿਬ ਕਹਿੰਦੇ ਇਹਨੂੰ ਤਜ ਨਿੰਦਾ, ਨਿੰਦਿਆ ਛੱਡ ਦੇ, ਪਰਾਈ ਨਿੰਦਿਆ ਛੱਡ ਦੇ, ਵਕਾਰ ਛੱਡ ਦੇ, ਹਉਮੈ ਛੱਡ ਦੇ, ਹੰਕਾਰ ਛੱਡ ਦੇ, ਮੈਂ ਵਾਲੀ ਬਿਰਤੀ ਨੂੰ ਛੱਡ ਦੇ। ਤੇ ਕੀ ਕਰ, ਹਰ ਜੀਉ ਸਦਾ ਧਿਆਏ ਤੂੰ। ਵਾਹਿਗੁਰੂ ਨੂੰ ਸਦਾ 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 ਧਿਆਇਆ ਕਰ, ਸਿਮਰਦਾ ਰਹੋ, ਚੰਗਾ ਰਹੇਗਾ। ਗੁਰਮੁਖ ਏਕ ਓੰਕਾਰ, ਗੁਰੂ ਵਾਲਾ ਬਣ ਕੇ ਇੱਕੋ ਵਾਹਿਗੁਰੂ ਨੂੰ ਜਿਹੜਾ ਸਰਬ ਵਿਆਪਕ ਹੈ, ਏਕ ਓੰਕਾਰ ਹੈ, ਉਹਨੂੰ ਸਿਮਰ, ਸਦਾ ਧਿਆਇਆ ਕਰ ਰਹਾਓ। ਇਹ ਰਹਾਉ ਦਾ ਬੰਦ ਹੈ। ਮਨ ਨੂੰ ਸੰਬੋਧਨ ਕਰਦਿਆਂ ਸਾਹਿਬ ਜੀ ਫਰਮਾਉਂਦੇ ਹਨ, ਭਾਈ ਇੱਕ ਨੂੰ ਯਾਦ ਕਰਿਆ ਕਰ, ਗੁਰੂ ਵਾਲਾ ਬਣ ਕੇ ਆਪਣੇ ਅੰਦਰੋਂ ਹਉਮੈ ਹੰਕਾਰ ਨਿੰਦਿਆ ਚੁਗਲੀ ਛੱਡ ਦੇ। ਵਾਹਿਗੁਰੂ ਜੀ ਦੇਖੋ, ਜਦੋਂ ਆਪਾਂ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਨਾ, ਤੇ ਆਪਾਂ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਪੰਜ ਪਿਆਰੇ ਜਿਹੜੇ ਆਪਾਂ ਨੂੰ ਪੁੱਛਦੇ ਨੇ, ਭਾਈ ਤੁਸੀਂ ਆਪਣੀ ਮਰਜ਼ੀ ਨਾਲ ਆਏ ਹੋ ਕਿ ਤੁਸੀਂ ਕਿਸੇ ਦੇ ਦਬਾਅ ਹੇਠ ਹੋ, ਜਾਂ ਕਿਸੇ ਕੋਈ ਲਾਲਚ ਵੱਸ ਆਇਆ ਕੋਈ, ਇਹ ਪੁੱਛਿਆ ਜਾਂਦਾ। ਫਿਰ ਉਸ ਤੋਂ ਬਾਅਦ ਜਦੋਂ ਆਪਣੀ ਮਰਜ਼ੀ ਦਾ ਆਪਾਂ ਇਕਰਾਰ ਕਰਦੇ ਹਾਂ ਵੀ ਗੁਰੂ ਸਾਹਿਬ ਆਪਣੀ ਮਰਜ਼ੀ ਨਾਲ ਅਸੀਂ ਆਏ ਹਾਂ, ਤੁਸੀਂ ਤੁੱਠੇ ਹੋ, ਕਿਰਪਾ ਕੀਤੀ ਹੈ, ਸਾਨੂੰ ਲੈ ਕੇ ਆਏ ਹੋ। ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇਖੋ ਸਿਰ ਮੰਗਦੇ ਆ, ਸਿਰ ਮੰਗਦੇ ਆ ਕਿ ਤੁਸੀਂ ਆਪਣਾ ਸਿਰ ਦੇਣ ਨੂੰ ਤਿਆਰ ਹੋ। ਸਿਰ ਤੋਂ ਭਾਵ ਵਾਹਿਗੁਰੂ ਜੀ ਦੇਖੋ, ਸਿਰ ਤੋਂ ਭਾਵ ਹੁੰਦਾ ਮੱਤ,
ਕਿਉਂਕਿ ਸਿਰ ਦੇ ਵਿੱਚ ਦਿਮਾਗ ਹੈ, ਦਿਮਾਗ ਵਿੱਚ ਮਤ ਹੈ। ਮਤ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਮੈਨੂੰ ਸਮਰਪਿਤ ਕਰ ਦੇ। ਆਪਣੀ ਮਤ, ਮਨ ਦੀ ਮਤ ਜਿਹੜੀ ਆਪਣਾ ਦਿਮਾਗ ਵਰਤਣਾ ਬਿਲਕੁਲ ਛੱਡ ਦੇ। ਬਿਲਕੁਲ ਮੂਰਖ ਬਣ ਕੇ, ਬਿਲਕੁਲ ਅਣਜਾਣ ਬਣ ਕੇ, ਸਰੈਂਡਰ ਕਰਕੇ ਆਪਣੀ ਮਤ ਗੁਰੂ ਨੂੰ ਅੱਗੇ ਸਮਰਪਣ ਕਰਦੇ ਆ। ਇਹਨੂੰ ਕਹਿੰਦੇ ਸਿਰ ਦੇਣਾ। ਜਦੋਂ ਗੁਰੂ ਦੀ ਮਤ ਆਏਗੀ ਫਿਰ ਸਾਰੀ ਖੇਡ ਬਣਦੀ ਹੈ। ਫਿਰ ਨਿੰਦਿਆ, ਚੁਗਲੀ, ਈਰਖਾ, ਦਵੈਕ, ਸਾਡਾ ਸੁਭਾਅ ਬਦਲਣਾ ਸ਼ੁਰੂ ਹੋ ਜਾਂਦਾ। ਫਿਰ ਪਤਾ ਲੱਗ ਜਾਂਦਾ ਹੈ ਘਰ ਹੀ ਵਿੱਚ ਸਾਰਾ ਸਿਸਟਮ ਹੈ। ਘਰ ਤੋਂ ਭਾਵ ਇਹ ਹਿਰਦਾ ਘਰ ਹੈ, ਇਹ ਸਰੀਰ, ਇਹ ਜਿਹੜਾ ਇਹਦੇ ਵਿੱਚ ਹੀ ਹੈ ਸਾਰੀ ਖੇਡ। ਘਰ ਹੀ ਸੌਦਾ ਪਾਈ ਹੈ, ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਦੇਖੋ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਵਿੱਚ ਹੈ, ਆਪ ਸਾਰੇ ਸ੍ਰਿਸ਼ਟੀ ਵਿੱਚ ਤੈਨੂੰ ਨਜ਼ਰ ਆ ਰਿਹਾ, ਤੇਰੇ ਅੰਦਰ ਵੀ ਸਭ ਕੁਝ ਹੋਈ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਖੋਜੇਗਾ ਕਿਵੇਂ? ਗੁਰੂ ਵਾਲਾ ਬਣ ਕੇ। ਉੱਦਾਂ ਕਿਵੇਂ? ਸਮਰਪਣ ਕਰਕੇ, ਸਰੈਂਡਰ ਕਰਕੇ। ਘਰ ਹੀ ਸੌਦਾ ਪਾਈ ਹੈ। ਵਾਹਿਗੁਰੂ ਦਾ ਨਾਮ ਰੂਪ ਜਿਹੜਾ ਸੌਦਾ ਹੈ, ਉੱਤਮ ਪਦਾਰਥ ਤੇਰੇ ਘਰ ਅੰਦਰ ਹੀ ਹੈ। ਦੇਖੋ ਨਾ, ਅੰਤਰ ਅੰਮ੍ਰਿਤ ਖੂੰਟਾ ਭਰਿਆ, ਅੰਦਰ ਹੀ ਹੈ, ਹੋਰ ਕਿੱਥੇ? ਵਾਹਿਗੁਰੂ ਕਿਤੇ ਬਾਹਰ ਥੋੜ੍ਹੀ ਹੈ, ਵਾਹਿਗੁਰੂ ਵੀ ਅੰਦਰ ਹੀ ਹੈ। ਦੈਵੀ ਗੁਣ ਅੰਦਰ ਨੇ, ਸਾਰਾ ਸਿਸਟਮ ਅੰਦਰ ਹੈ, ਆਪਾਂ ਬਾਹਰ ਲੱਭਦੇ ਫਿਰਦੇ। ਅੰਤਰ ਸਭ ਵੱਥ ਹੋਏ, ਸਾਰਾ ਕੁਝ ਹਿਰਦੇ ਦੇ ਵਿੱਚ ਹੀ ਹੈ ਵਾਹਿਗੁਰੂ। ਪਰ ਕਹਿੰਦਾ ਤੂੰ ਕਦੇ ਆਪਣੇ ਅੰਦਰ ਤੇ ਗਿਆ ਹੀ ਨਹੀਂ, ਬਾਹਰ ਹੀ ਭੱਜਿਆ ਫਿਰਦਾ। ਗੱਡੀ ਚੁੱਕੀ ਬਾਹਰ ਹੀ, ਮੋਟਰਸਾਈਕਲ ਚੁੱਕਿਆ ਬਾਹਰ ਹੀ, ਅੰਦਰ ਕਦੇ ਨਹੀਂ ਬੈਠਾ ਆਪਣੇ ਨਾਲ। ਗੁਰੂ ਨੂੰ ਅੰਦਰ ਲੱਭੇ ਨਹੀਂ, ਖੋਜੇ ਨਹੀਂ। ਖਿਨ ਖਿਨ ਨਾਮ ਤੇ ਆਈ ਹੈ। ਖਿਨ ਹੁੰਦਾ ਵਾਹਿਗੁਰੂ ਜੀ ਅੱਖ ਝਪਕਣ ਜਿੰਨਾ ਸਮਾਂ ਵੀ ਵਿਅਰਥ ਨਾ ਗਵਾ। ਅੱਖ ਝਪਕਣ ਜਿੰਨਾ ਸਮਾਂ ਵੀ ਵਿਅਰਥ ਨਾ ਗਵਾ। ਐਵੇਂ ਮੇਰੇ ਵਾਂਗੂ ਬਹਿ ਕੇ ਕਦੇ TV ਵੇਖ ਛੱਡਿਆ, ਕਦੇ ਅਖਬਾਰਾਂ ਪੜ੍ਹ ਛੱਡੀਆਂ, ਕਦੇ ਤਾਸ਼ਾਂ ਖੇਡ ਛੱਡੀਆਂ, 2-2 4-4 ਘੰਟੇ ਵੇਸਟ ਕਰ ਛੱਡੇ। ਸਾਹਿਬ ਕਹਿੰਦੇ ਬਿਲਕੁਲ ਨਾ ਕੰਮ ਕਰ ਪੁੱਤਰ, ਇੱਕ ਖਿਨ ਵੀ ਸਮਾਂ ਵਿਅਰਥ ਨਾ ਗਵਾ। ਖਿਨ ਖਿਨ ਨਾਮ ਸੰਭਾਲੀਏ। ਸੰਭਾਲੀਏ ਤੋਂ ਭਾਵ ਕੀ? ਵਿਚਾਰੀਏ, ਦੇਖੀਏ। ਸਿਮਰਨਾ ਚਾਹੀਦਾ, ਸੰਭਾਲਣਾ ਚਾਹੀਦਾ, ਵਿਚਾਰਨਾ ਚਾਹੀਦਾ। ਗੁਰਮੁਖ ਪਾਵੈ ਕੋਏ। ਤੇ ਜਿਹੜਾ ਨਾਮ ਪ੍ਰਾਪਤ ਕਰਦਾ ਗੁਰੂ ਦੀ ਰਾਹੀਂ, ਕੋਈ ਵਿਰਲਾ ਹੀ ਹੈ, ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਪੈ ਕੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਸਿਮਰਦਾ ਹੈ ਭਾਈ, ਕੋਈ ਵਿਰਲਾ। ਜਪਣਾ ਚਾਹੀਦਾ ਸਾਹਿਬ ਕਹਿੰਦੇ, ਪਰ ਹੈ ਵਿਰਲੇ, ਨਹੀਂ ਕਣੇ। ਇੱਕ ਗੱਲ ਦਾ ਹੋਰ ਅਹਿਸਾਸ ਵਾਹਿਗੁਰੂ ਆਪਣੇ ਅੰਦਰ ਬਿਠਾ ਕੇ ਰੱਖਣਾ ਚਾਹੀਦਾ। ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਗੁਰਸਿੱਖਾਂ ਦੀ ਸੰਗਤ ਕਰਕੇ ਇਹ ਗੱਲ ਸਮਝ ਆਈ, ਪਤਾ ਲੱਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਕੇ ਗੁਰੂ ਸਾਹਿਬ ਨੇ ਟੁੱਟ ਕੇ ਇਹ ਗੱਲ ਸਮਝਾਉਣਾ ਕਰੀਏ ਵੀ ਤੁਸੀਂ ਵਾਹਿਗੁਰੂ ਜੀ ਉਹਨਾਂ ਵਿਰਲਿਆਂ ਵਿੱਚੋਂ ਆਪਣੇ ਆਪ ਨੂੰ ਖੜੇ ਕਰੋ। ਤੁਸੀਂ ਇਹ ਗੱਲ ਕਹੋ ਗੁਰੂ ਸਾਹਿਬ ਦੇ ਸਾਹਮਣੇ ਵੀ ਸਾਹਿਬ ਜੀ ਮੈਂ ਉਹ ਵਿਰਲਾ ਹੀ ਹਾਂ। ਕਿਉਂ? ਤੁਸੀਂ ਅੰਮ੍ਰਿਤ ਦੀ ਦਾਤ ਦਿੱਤੀ ਹੈ ਤਾਂ ਮੈਂ ਵਿਰਲਾ ਹੀ ਹਾਂ। ਤੁਸੀਂ ਆਪਣੀ ਗੋਦ 'ਚ ਬਿਠਾਉਂਦੇ ਹੋ ਅਤੇ ਮੈਂ ਉਹ ਵਿਰਲਾ ਹੀ ਹਾਂ। ਤੁਸੀਂ ਸ਼ਬਦ ਦੀ ਵਿਚਾਰ ਨਾਲ ਜੋੜ ਰਹੇ ਹੋ, ਸ਼ਬਦ ਦੀ ਵਿਚਾਰ ਕਰਾ ਰਹੇ, ਅਤੇ ਇਹਦਾ ਮਤਲਬ ਮੈਂ ਉਹੀ ਵਿਰਲਾ ਹਾਂ। ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਹਿਬ ਕਹਿੰਦੇ ਤੂੰ ਉਹੀ ਹੈ, ਤਾਂ ਹੀ ਤੇਰੇ 'ਤੇ ਤਰਸ ਕੀਤਾ, ਤਾਂ ਹੀ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ। ਤੂੰ ਉਹਨਾਂ ਵਿਰਲਿਆਂ ਦੇ ਵਿੱਚ ਆਪਣੇ ਆਪ ਨੂੰ ਖੜਾ ਕਰ। ਤੂੰ ਇਹ ਨਾ ਕਹਿ ਨਹੀਂ ਭਾਈ ਮੈਂ ਨਹੀਂ ਕਰ ਸਕਦਾ, ਜਾਂ ਮੈਂ ਗੁਰੂ ਨੂੰ ਮਿਲ ਨਹੀਂ ਸਕਦਾ, ਜਾਂ ਮੈਨੂੰ ਦਰਸ਼ਨ ਨਹੀਂ ਹੋ ਸਕਦੇ। ਇੰਨੀ ਕਿਰਪਾ ਜਿਹੜੀ ਹੋਈ ਆ, ਮਨੁੱਖਾ ਜਨਮ ਮਿਲਿਆ ਅਤੇ ਤੈਨੂੰ ਵਿਰਲੇ ਕਰਕੇ ਮਿਲਿਆ। ਅੰਮ੍ਰਿਤ ਦੀ ਦਾਤ ਮਿਲੀ ਹੈ, ਗੁਰਸਿੱਖਾਂ ਦੇ ਘਰ ਜਨਮ ਮਿਲਿਆ। ਧੰਨ ਗੁਰੂ ਨਾਨਕ ਸਾਹਿਬ ਪਿਤਾ ਮਿਲੇ ਨੇ, ਗੁਰੂ ਮਿਲਿਆ ਗੁਰੂ ਨਾਨਕ ਵਰਗਾ, ਗੁਰੂ ਗ੍ਰੰਥ ਸਾਹਿਬ ਵਰਗਾ। ਅਤੇ ਇਹਦਾ ਮਤਲਬ ਤੂੰ ਵਿਰਲਾ, ਤੂੰ ਉਹਨਾਂ ਵਿਰਲਿਆਂ ਦੇ ਵਿੱਚ ਖੜਾ। ਇਹ ਗੱਲ ਨੂੰ ਸਮਝ ਲੈ, ਇਹ ਗੱਲ ਨੂੰ ਸਮਝ ਲੈ। ਗੁਰਮੁਖ ਪਾਵੈ ਕੋਏ। ਉਹ ਜਿਹੜਾ ਕੋਏ ਹੈ ਨਾ, ਗੁਰੂ ਵੱਲ ਮੁੱਖ ਕਰਕੇ, ਗੁਰੂ ਵਾਲਾ ਬਣ ਕੇ, ਗੁਰੂ ਨਾਨਕ ਦੀ ਕਿਰਪਾ ਸਦਕਾ ਉਹ ਕੋਈ ਇਹ ਕੁਵਟ ਭਾਗੀ ਨਾਮ ਜਪਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਲੱਗਾ ਰਹੋ, ਲੱਗਾ ਰਹੋ, ਕੋਈ ਗੱਲ ਨਹੀਂ, ਹੌਸਲਾ ਨਾ ਛੱਡੀ। ਦਿਨ ਮਾੜੇ ਨਹੀਂ ਰਹਿੰਦੇ ਕਦੀ ਵੀ। ਕਹਿੰਦੇ ਨੇ ਕਿਸੇ ਕਾਲ ਉਹ ਨਹੀਂ ਰਹੇ ਅਤੇ ਰਹਿਣੇ ਇਹ ਵੀ ਨਹੀਂ। ਜਿਹੜੇ ਨਾਮ ਜਪਣ ਵਾਲੇ 2-2 ਵਜੇ ਉੱਠ ਕੇ ਸਾਹਿਬ ਜੀ ਨਾਮ ਜਪਾਉਂਦੇ ਸੀ, 1:30 ਵਜੇ, 2 ਵਜੇ, 2:30 ਵਜੇ ਗੁਰੂ ਸਾਹਿਬ ਸੋਤੀ ਲਵਾਉਂਦੇ ਸੀ। ਜੇ ਉਹ ਨਹੀਂ ਰਹੇ ਅਤੇ ਸਾਹਿਬ ਕਹਿੰਦੇ ਜਿਹੜੇ ਇਹ ਨੇ ਨਾ, ਇਹ ਵੀ ਨਹੀਂ ਰਹਿਣੇ, ਫਿਰ ਉਹੀ ਮੁੜ ਆਉਣਗੇ। ਘਬਰਾ ਨਾ ਕਿਸੇ ਗੱਲੋਂ, ਆਉਣਗੇ ਜ਼ਰੂਰ,
ਜੇ ਤੈਨੂੰ ਗੋਦ ਬਖਸ਼ੀ ਹੈ ਤੇ ਇਹਦਾ ਮਤਲਬ ਦਰਸ਼ਨ ਵੀ ਬਖਸ਼ਾਂਗਾ, ਸੱਚਖੰਡ ਵੀ ਲੈ ਕੇ ਜਾਵਾਂਗਾ, ਪ੍ਰਕਾਸ਼ ਵੀ ਤੈਨੂੰ ਕਰਾਵਾਂਗਾ। ਨਾਮ ਨਿਧਾਨ ਅਖੁੱਟ ਹੈ। ਦੇਖੋ ਜਿਹੜਾ ਇਹ ਨਾਮ ਦਾ ਖਜ਼ਾਨਾ ਵਾਹਿਗੁਰੂ ਅਖੁੱਟ ਹੈ, ਨਾ ਮੁੱਕਣ ਵਾਲਾ, ਅਮੁੱਕ ਜਿਹਨੂੰ ਆਪਾਂ ਕਹਿੰਦੇ, ਕਦੇ ਨਾ ਮੁੱਕਣ ਵਾਲਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜਿਹੜੇ ਸਾਡੇ ਬਜ਼ੁਰਗਾਂ ਨੇ ਜਾਂ ਆਪਣੇ ਰਿਸ਼ਤੇਦਾਰੀ ਵਿੱਚ ਜਾਂ ਕੋਈ ਹੋਰ ਦੇਖਦੇ ਹਾਂ ਰਾਜੇ ਮਹਾਰਾਜੇ ਜਾਂ ਆਪਣੇ ਆਪ ਨੂੰ ਕਹਿਣ ਕਹਾਣ ਵਾਲੇ ਵੀ ਇਹ ਤਾਂ ਭਾਈ ਸਾਡੇ ਦਾਦੇ ਪੜਦਾਦੇ ਸਾਨੂੰ ਵਿਰਾਸਤ 'ਚ ਦੇ ਕੇ ਗਏ ਨੇ, ਉਹਨਾਂ ਦਾ ਵੀ ਮੁੱਕ ਜਾਂਦਾ, ਉਹਨਾਂ ਦਾ ਮੁੱਕ ਜਾਂਦਾ। ਉਹ ਛੱਡ ਕੇ ਤੁਰ ਜਾਂਦੇ ਨੇ, ਇੱਥੇ ਦਾ ਇੱਥੇ ਨਾਲ ਨਹੀਂ ਜਾਂਦਾ। ਜਿਹੜਾ ਮੇਰੇ ਸਾਹਿਬ ਦਾ ਇਹ ਖਜ਼ਾਨਾ, ਜਿਹੜਾ ਮੇਰੇ ਪਿਓ ਅਤੇ ਮੇਰੇ ਦਾਦੇ ਦਾ ਖਜ਼ਾਨਾ ਹੈ, ਧੰਨ ਗੁਰੂ ਨਾਨਕ ਸਾਹਿਬ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਉਹ ਨਿਧਾਨ, ਉਹ ਖਜ਼ਾਨਾ ਜਿਹੜਾ ਇਹ ਵਾਹਿਗੁਰੂ ਸਾਹਿਬ ਕਹਿੰਦੇ ਅਖੁੱਟ ਹੈ। ਨਾਮ ਦਾ ਜਿਹੜਾ ਖਜ਼ਾਨਾ, ਨਾਮ ਧਨ ਇਕੱਠਾ ਕਰਨਾ, ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਪੂਰੇ ਗੁਰੂ ਨੇ ਗੱਲ ਸਮਝਾਤੀ, ਕਿਤੇ ਨਾ ਮੁੱਕਣ ਵਾਲਾ ਹੀ। ਵੱਡ ਭਾਗ ਪ੍ਰਾਪਤ ਹੋਏ, ਵੱਡੇ ਭਾਗਾਂ ਦੇ ਨਾਲ ਮਿਲਦਾ, ਵੱਡੇ ਭਾਗਾਂ ਦੇ ਨਾਲ ਮਿਲਦਾ, ਅਤੇ ਵੱਡੇ ਭਾਗਾਂ ਵਾਲੇ ਹੀ ਆ ਜੇ ਗੁਰੂ ਸਾਹਿਬ ਤਰਸ ਕਰਕੇ ਔਗਣਾਂ ਨੂੰ ਨਾ ਚਿਤਾਰਦਿਆਂ ਹੋਇਆਂ ਫਿਰ ਵੀ ਗੁਰੂ ਸਾਹਿਬ ਕਹਿ ਰਹੇ ਪੁੱਤਰਾ ਸਮਾਂ ਬਰਬਾਦ ਨਾ ਕਰ। ਔਗਣ ਨਾ ਚਿਤਾਰਦਿਆਂ ਹੋਇਆਂ ਵੀ ਨਾਮ ਨਹੀਂ ਜਪ ਰਹੇ, ਟਾਈਮ ਨਹੀਂ ਕੱਢ ਰਹੇ, 2-2 3-3 ਮਹੀਨੇ ਹੋ ਗਏ ਘਰ ਬੈਠਿਆਂ ਨੂੰ, ਵਾਹਿਗੁਰੂ ਜੀ ਨਾਮ ਫਿਰ ਨਹੀਂ ਜਪਿਆ ਗਿਆ। ਇੰਨਾ ਵਿਹਲਾ ਟਾਈਮ ਦਿੱਤਾ, ਨਾਮ ਫਿਰ ਨਹੀਂ ਜਪਿਆ ਗਿਆ, ਫਿਰ ਵੀ ਗੱਲਾਂ ਅਤੇ ਹੋਰ ਬਾਤਾਂ ਦੇ ਨਾਲ ਸਮਾਂ ਬਰਬਾਦ ਕੀਤਾ। ਪਰ ਸਾਹਿਬ ਫਿਰ ਵੀ ਦੇਖੋ ਦਿਆਲੂ, ਅਜੇ ਵੀ ਕਹਿ ਰਹੇ ਨੇ ਪੁੱਤਰ ਨਾਮ ਜਪ। ਵੱਡ ਭਾਗ ਪ੍ਰਾਪਤ ਹੋਏ ਮੇਰੇ ਮਨ, ਤਜ ਨਿੰਦਾ ਹੋ ਮੈਂ ਹੰਕਾਰ। ਤੂੰ ਛੱਡ ਦੇ ਭਈ ਇਹ ਨਿੰਦਿਆ, ਪਰਾਈ ਨਿੰਦਿਆ ਛੱਡ ਦੇ, ਲੋਕਾਂ ਦੀਆਂ ਚੁਗਲੀਆਂ ਕਰਨੀਆਂ ਛੱਡ ਦੇ, ਹਉਮੈ ਮੈਂ ਕੀਤਾ ਮੈਂ ਕਰਾਇਆ ਵਾਲੀ ਬਿਰਤੀ ਛੱਡ ਦੇ, ਅਹੰਕਾਰ ਛੱਡ ਦੇ। ਕੀ ਕਰ ਹਰ ਜੀਉ ਸਦਾ ਧਿਆਏ ਤੂੰ, ਗੁਰਮੁਖ ਏਕੰਕਾਰ। ਸਦਾ ਸਦਾ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਗੁਰੂ ਵੱਲ ਮੁੱਖ ਕਰਕੇ, ਗੁਰੂ ਵਾਲਾ ਬਣ ਕੇ, ਅੰਮ੍ਰਿਤ ਦੀ ਦਾਤ ਲੈ ਕੇ ਰਹੋ। ਗੁਰਮੁਖਾਂ ਕੇ ਮੁਖ ਉਜਲੇ। ਦੇਖੋ ਗੱਲ ਕਿੱਥੇ ਆ ਉਜਲੇ? ਸੋਚਣ ਵਾਲੀ ਗੱਲ ਇਹ ਹੈ ਵੀ ਗੁਰਮੁਖਾਂ ਦੇ ਮੁਖ ਕਿੱਥੇ ਨੇ ਉਜਲੇ ਭਾਈ? ਇੱਥੇ ਹੈ ਸੰਸਾਰ ਅੰਦਰ, ਇੱਥੇ ਇਸ ਧਰਤੀ 'ਤੇ ਦਿਖਾਓ, ਦਿਖਾਓ ਵਾਹਿਗੁਰੂ। ਇੱਥੇ ਤੇ ਚਰਖੜੀਆਂ 'ਤੇ ਚੜ੍ਹਾਤੇ ਉਹਨਾਂ ਨੇ, ਇੱਥੇ ਦਿਖਾ ਕਿੱਥੇ ਆ? ਇੱਥੇ ਤੇ ਬਾਬਾ ਜੀ ਟੌਰਚਰ ਕਰਦੇ ਆ, ਇੱਥੇ ਤਾਂ ਜਲੀਲ ਕਰਦੇ, ਇੱਥੇ ਤੇ ਪੱਗਾਂ ਫੜਨ ਤੋਂ ਫੜਦੇ ਬਾਅਦ ਵਿੱਚ ਨੇ ਪਹਿਲਾਂ ਪੱਗ ਲਾ ਦਿੰਦੇ ਨੇ ਸਿੰਘ ਦੀ। ਇੱਥੇ ਤਾਂ ਖੌਫ ਹੀ ਕੋਈ ਨਹੀਂ, ਇੱਥੇ ਤਾਂ ਕੋਈ ਹੈ ਨਹੀਂ। ਇੱਥੇ ਕਿਹਦਾ ਮੁੱਖ ਉਜਲਾ ਦਿਖਾ ਦਿਓ ਨਾ। ਜੇਲ੍ਹਾਂ ਦੇ ਵਿੱਚ ਅਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ, 20-20 25-25 30-30 ਸਾਲ ਹੋ ਗਏ, ਅਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ। ਬਾਬਾ ਜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਬੰਦੇ, ਸਿੰਘ ਰਿਹਾ ਨਹੀਂ ਹੋ ਰਹੇ। ਕਿੱਥੇ ਮੁੱਖ ਉਜਲੇ ਹੋਏ? ਗੁਰਮੁਖਾਂ ਕੇ ਮੁਖ ਉਜਲੇ। ਗੁਰੂ ਸਾਹਿਬ ਕਹਿੰਦੇ ਉਜਲੇ ਆ, ਉਹ ਤਾਂ ਚਮਕਦੇ ਆ। ਉੱਥੇ ਆ ਤਿਤ ਸੱਚੇ ਦਰਬਾਰ, ਉਹਦੇ ਦਰਬਾਰ ਦੇ ਅੰਦਰ ਚਮਕਦੇ ਆ। ਉਹ ਦਰਬਾਰ ਦੇ ਵਿੱਚ ਖੇਡ ਉੱਤੇ ਦੀ ਆ, ਇੱਥੇ ਦੀ ਨਹੀਂ, ਖੇਡ ਅੱਗੇ ਦੀ ਆ। ਇੱਥੇ ਕੋਈ ਨਹੀਂ ਪੁੱਛਦਾ। ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਿਆਂ, ਸਿਮਰਨ ਕੀਤਿਆਂ, ਕਿਸੇ ਹੋਰ ਨੂੰ ਪ੍ਰੇਰ ਕੇ, ਗੁਰਬਾਣੀ ਦਾ ਪ੍ਰਚਾਰ ਕਰਕੇ, ਗੁਰੂ ਬਾਰੇ ਦੱਸਦਿਆਂ ਹੋਇਆਂ ਜਿਹੜਾ ਜੀਵਨ ਬਤੀਤ ਕੀਤਾ। ਸਾਹਿਬ ਕਹਿੰਦੇ ਜਦੋਂ ਤੂੰ ਇੱਥੋਂ ਸੁਰਖਰੂ ਹੋ ਕੇ ਜਾਏਗਾ ਤੇ ਤੇਰਾ ਮੁਖ ਉਜਲਾ ਹੋਏਗਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਹਾ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਉਜਲੇ ਹੋਏ ਵਾਹਿਗੁਰੂ ਜਿਨ੍ਹਾਂ ਨਾਮ ਧਿਆਇਆ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਸਮਝਿਆ, ਹਿਰਦੇ 'ਚ ਵਸਾਇਆ, ਸਮਾਂ ਬਰਬਾਦ ਨਾ ਕੀਤਾ। ਉਹ ਸਦਾ ਸੁਰਖਰੂ ਰਹਿੰਦੇ ਹਨ। ਗੁਰ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕੀਤਾ ਨਾ, ਗੁਰੂ ਦੇ ਸਾਰੇ ਗੁਣ ਆਪਣੇ ਅੰਦਰ ਟਿਕਾ ਲਏ।
ਹਲਤ ਪਲਤ ਸੁਖ ਪਾਇਂਦੇ, ਜਪ ਜਪ ਹਿਰਦੈ ਮੁਰਾਰ। ਜਦੋਂ ਆਪਾਂ ਕਰਮਾਂ ਦੀ ਫਿਲਾਸਫੀ ਨੂੰ ਪੜ੍ਹਦੇ ਹਾਂ, ਕਰਮਾਂ ਕਰਕੇ ਦੁੱਖ ਸੁੱਖ ਹੈ, ਕਰਮਾਂ ਕਰਕੇ ਦੁੱਖ ਸੁੱਖ ਹੈ, ਕਰਮਾਂ ਕਰਕੇ ਆਉਂਦੀ ਸਾਰੀ ਖੇਡ, ਕਿਉਂਕਿ ਪਿਛਲੇ ਕਰਮ ਨੇ ਨਾਲ ਚੱਲਦੇ ਬੰਦੇ ਦੇ, ਉਹਨਾਂ ਕਰਕੇ ਹਾਂ ਇਹ ਚੀਜ਼ ਹੈ। ਗੁਰੂ ਸਾਹਿਬ ਸੂਲੀ ਤੋਂ ਸੂਲ ਬਣਾ ਦਿੰਦੇ ਨੇ। ਜਿੱਥੇ ਕੁਝ ਮੰਨ ਲਓ ਆਪਣਾ ਸਿਰ ਲੈਣ ਵਾਲਾ ਹੋਵੇ ਜਾਂ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਉੱਥੇ ਗੁਰੂ ਸਾਹਿਬ ਕੰਡਾ ਚਬੋ ਕੇ ਗੁਰੂ ਸਾਹਿਬ ਕੱਟ ਦਿੰਦੇ ਨੇ, ਕਸ਼ਟ ਕੱਟ ਦਿੰਦੇ ਨੇ। ਪਰ ਇੱਥੇ ਵੀ ਸਾਹਿਬ ਕਹਿੰਦੇ ਦੇਖੋ, ਜੇ ਗੁਰੂ ਨਾਲ ਜੁੜਿਆ ਹੋਏ ਅੰਦਰੋਂ, ਮੇਰੇ ਵਾਂਗੂ ਪਖੰਡੀ ਨਾ ਹੋਵੇ, ਅੰਦਰੋਂ ਗੁਰੂ ਨਾਲ ਜੁੜਿਆ ਹੋਵੇ, ਜਿਹਨੂੰ ਪ੍ਰਕਾਸ਼ ਹੁੰਦਾ ਹੋਵੇ, ਜਿਹਨੂੰ ਗੁਰੂ ਦਾ ਪ੍ਰਕਾਸ਼ ਹੁੰਦਾ ਹੋਵੇ, ਵਾਹਿਗੁਰੂ ਦੇ ਦਰਸ਼ਨ ਹੁੰਦੇ ਹੋਣ ਤੇ ਸੱਚਖੰਡ ਜਾਂਦਾ ਹੋਵੇ ਜਿਉਂਦੇ ਜੀ, ਵਾਹਿਗੁਰੂ ਸਦਾ ਸੁਖੀ ਹੈ, ਸਦਾ ਸੁਖੀ। ਹਲਤ ਇੱਥੇ, ਪਲਤ ਅੱਗੇ, ਸੁੱਖ ਪਾਏਂਦੇ, ਉਹ ਇੱਥੇ ਤੇ ਉੱਥੇ ਸੁੱਖ ਹੀ ਪਾਉਂਦੇ ਨੇ ਵਾਹਿਗੁਰੂ, ਜਿਹੜੇ ਦਸਮਦੁਆਰੀ ਹੋ ਗਏ। ਜਪ ਜਪ ਹਿਰਦੈ ਮੁਰਾਰ, ਦਿਨ ਰਾਤ ਜਪਦੇ ਆ ਵਾਹਿਗੁਰੂ 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 ਵਾਹਿਗੁਰੂ, ਪਰਮਾਤਮਾ ਵਾਹਿਗੁਰੂ। ਲੋਕ ਪਰਲੋਕ ਵਿੱਚ ਆਰਾਮ ਪਾਉਂਦੇ ਨੇ। ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਗੁਰੂ ਗ੍ਰੰਥ ਸਾਹਿਬ ਅੰਦਰ 4 ਗੱਲਾਂ ਮੇਨ ਤੌਰ ਤੇ ਰਿਪੀਟ ਨੇ, ਵਾਰ ਵਾਰ ਰਿਪੀਟ ਨੇ। ਨਾਮ ਜਪ ਲੈ, ਸ਼ਬਦ ਦੀ ਵਿਚਾਰ ਕਰ ਲੈ, ਚਰਨ ਧੂੜ ਲੈ ਲੈ, ਬਾਣੀ ਵਿਚਾਰਿਆ ਕਰ, ਸਿਮਰਨ ਕਰਿਆ ਕਰ, ਚਰਨ ਧੂੜ ਲਿਆ ਕਰ, ਨਾਮ ਜਪਿਆ ਕਰ। ਸਾਰੀ ਖੇਡ ਇੱਥੇ 4 ਗੱਲਾਂ ਤੇ ਘੁੰਮਦੀ ਹੈ। ਫਿਰ ਸਾਹਿਬ ਨੇ ਦੇਖੋ ਪਿੱਛੇ ਵੀ ਕਿਹਾ ਗੁਰ ਸ਼ਬਦੀ ਵਿਚਾਰ, ਇੱਥੇ ਫਿਰ ਅਗਲੀ ਲਾਈਨ 'ਚ ਕਹਿ ਦਿੱਤਾ ਗੁਰ ਸ਼ਬਦੀ ਵਿਚਾਰ। ਘਰ ਹੀ ਵਿੱਚ ਮਹਿਲ, ਮਹਿਲ ਨੂੰ ਲੱਲੇ ਨੂੰ ਔਂਕੜ ਹੈ ਵਾਹਿਗੁਰੂ ਜੀ, ਲੱਲੇ ਨੂੰ ਔਂਕੜ ਦਾ ਮਤਲਬ ਮਹਿਲ ਹੁੰਦਾ ਕਿ ਹੁੰਦੀ, ਪੁਲਿੰਗ ਹੈ ਨਾ, ਹੁੰਦਾ ਤੇ ਇੱਕ ਵਾਸਤੇ ਹੈ, ਇੱਕੋ ਹੀ ਹੈ, ਬਹੁਤੇ ਨਹੀਂ। ਜੇ ਉੱਦਾਂ ਆਪਾਂ ਮਹਿਲ ਲਿਖ ਦਾਂਗੇ ਤੇ ਮਹਿਲ ਕਿੰਨੇ ਦੇ ਮਹਿਲ ਬਣਾਏ ਹੋਏ ਆਪੋ ਆਪਣੇ, ਰਾਜਿਆਂ ਦੇ ਮਹਿਲ। ਗੁਰੂ ਸਾਹਿਬ ਕਹਿੰਦੇ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ ਉਹ ਇੱਕੋ ਹੀ ਹੈ। ਘਰ ਹੀ ਵਿੱਚ ਮਹਿਲ ਪਾਇਆ, ਹਿਰਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਸੱਚਖੰਡ ਦੇ ਦਰਸ਼ਨ ਕਰਾਏ ਤੇ ਮੈਂ ਜਦੋਂ ਸੱਚਖੰਡ ਗਿਆ ਤਾਂ ਇੱਕੋ ਹੀ ਦਿਖਿਆ, ਇੱਕੋ ਹੀ ਆ ਉਹ, ਬਹੁਤੇ ਨਹੀਂ ਹੈ। ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਕੇ ਉਹਨਾਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਨਿਵਾਸ ਲੱਭ ਲਿਆ। ਲੱਭਣਾ ਰਾਹ ਇੱਥੋਂ ਜਾਂਦਾ ਹੈ, ਦਸਮ ਦਵਾਰ ਤੋਂ ਜਾਂਦਾ ਰਾਹ, ਅੰਦਰੋਂ ਜਾਣਾ ਰਾਹ ਸੱਚਖੰਡ ਦਾ, ਜਿਹੜਾ ਵਾਹਿਗੁਰੂ ਦਾ ਮਹਿਲ ਹੈ ਨਾ, ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ, ਅੰਬੜ ਕੋਈ ਨਾ ਸਕਈ। ਗੁਰੂ ਸਾਹਿਬ ਕਹਿੰਦੇ ਪਹਿਲਾਂ ਦਰਵਾਜ਼ਾ ਤੇ ਖਲਾ ਲਾ, ਪਹਿਲਾਂ ਲੌਕ ਤਾਂ ਖਲਾ ਲਾ, ਲੌਕ ਲੱਗਿਆ ਤੇਰੀ ਆਤਮਾ ਨੂੰ, ਇੱਥੋਂ ਅੰਦਰੋਂ ਇੱਥੋਂ ਨਿਕਲੇਗਾ, ਦਸਮ ਦਵਾਰ ਖੁੱਲ੍ਹੇਗਾ ਤੇ ਉਹ ਮਹਿਲ ਦਿਖੇਗਾ। ਉਹ ਮਹਿਲ ਦਿਖਣਾ ਇੱਥੋਂ ਹੀ ਹੈ, ਇੱਥੋਂ ਰਸਤਾ ਸ਼ੁਰੂ ਹੁੰਦਾ, ਸਫ਼ਰ ਤੇਰੇ ਅੰਦਰੋਂ ਸ਼ੁਰੂ ਹੁੰਦਾ। ਸਾਰਾ ਅਧਿਆਤਮਕ ਸਫ਼ਰ ਇੱਥੋਂ ਸ਼ੁਰੂ ਹੁੰਦਾ, ਕਿਤੋਂ ਬਾਹਰ ਨਹੀਂ। ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ। ਦੇਖੋ ਉਹ ਹੀ ਨਹੀਂ ਪੜ੍ਹੀ ਜਾਣਾ ਪੜ੍ਹ ਗੱਡੀ ਲੱਦੀ ਹੈ, 12 ਪਾਠ 15 ਪਾਠ ਸੁਖਮਣੀ ਸਾਹਿਬ ਦੇ ਕਰ ਲਏ, 25 ਪਾਠ ਚੌਪਈ ਸਾਹਿਬ ਦੇ ਕਰ ਲਏ, ਸੁਖਮਣੀ ਸਾਹਿਬ ਦੇ ਕਰ ਲਏ, ਪੜ੍ਹੀ ਹੋ ਜਾਂਦਾ ਦਿਨ ਰਾਤ, ਵਿਚਾਰਦਾ ਨਹੀਂ, ਗੱਲ ਗੁਰੂ ਸਾਹਿਬ ਦੀ ਸੁਣਦਾ ਨਹੀਂ। ਸਤਿਗੁਰ ਤੇ ਜੋ ਮੂੰਹ ਫੇਰੇ, ਦੂਜੇ ਬੰਨੇ ਦੇਖ ਲਓ ਜਿਨ੍ਹਾਂ ਦੇ ਮੁੱਖ ਉਜਲੇ ਹੋਏ, ਨਾਮ ਜਪਣ ਵਾਲਿਆਂ ਦੇ, ਬਾਣੀ ਵਿਚਾਰਨ ਵਾਲਿਆਂ ਦੇ, ਗੁਰੂ ਵਾਲੇ ਬਣ ਕੇ, ਤੇ ਜਿਹੜੇ ਗੁਰੂ ਵਾਲੇ ਬਣੇ ਹੀ ਨਹੀਂ, ਜਿਹੜੇ ਮਨ ਦੇ ਮਗਰ ਲੱਗੇ ਰਹੇ, ਜਿਹੜੇ ਮੂੰਹ ਫੇਰ ਗਏ ਗੁਰੂ ਤੋਂ, ਪਾਸਾ ਵੱਟ ਗਏ, ਉਹ ਨਾ ਦੇਖ ਲਾਂਗੇ ਜੇ ਕੋਈ ਗੱਲ ਨਹੀਂ, ਬੜੀ ਉਮਰ ਪਈ ਆ। ਸਾਹਿਬ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ, ਮੱਥੇ ਤਿੰਨ ਕਾਲੇ। ਹੁਣ ਦੇਖੋ ਤੁਸੀਂ ਵਾਹਿਗੁਰੂ ਜੀ, ਇੱਥੇ ਸੰਸਾਰ ਦੇ ਅੰਦਰ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਡੇਰਿਆਂ ਤੇ ਮੜੀਆਂ ਤੇ ਮਸਾਣਿਆਂ ਤੇ ਜਾਣ ਵਾਲਿਆਂ ਨੇ ਗੁਰੂ ਤੋਂ ਮੂੰਹ ਹੀ ਫੇਰਿਆ ਹੋਇਆ, ਮੂੰਹ ਹੀ ਫੇਰਿਆ ਨਾ। ਤੇ ਫਿਰ ਉਹਨਾਂ ਦੇ ਮੂੰਹ ਇੱਥੇ ਕਿੱਥੇ ਕਾਲੇ ਆ, ਦਿਖਾਓ, ਹੈ ਕਿਸੇ ਦੇ ਕਾਲੇ? ਇੱਥੇ ਤੇ ਬੜੀਆਂ ਮੌਜਾਂ ਨੇ, ਇੱਥੇ ਤੇ ਬਾਬੇ ਨੇ, ਅੱਗੇ ਪਿੱਛੇ ਦੁਨੀਆ ਨੇ, ਗੱਡੀਆਂ ਨੇ, ਕਾਰਾਂ ਨੇ, ਗਨਮੈਨ ਨੇ, ਇੱਥੇ ਤੇ ਬੜੀਆਂ ਐਕਸ਼ਾਂ ਨੇ ਬਾਬਾ ਜੀ, ਸਾਰਾ ਸਿਸਟਮ। ਇੱਥੇ ਤਾਂ ਮੂੰਹ ਕਿਸੇ ਦਾ ਕਾਲਾ ਨਹੀਂ ਨਾ, ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੌਜਾਂ 'ਤੇ ਮਾਣਦੇ ਆ, ਗੱਡੀਆਂ ਉਹਨਾਂ ਨੂੰ ਮਿਲੀਆਂ ਹੋਈਆਂ ਨੇ। ਗੁਰੂ ਨੂੰ ਛੱਡ ਕੇ ਬਾਬਾ ਜੀ ਦੂਜੇ ਪਾਸੇ ਤੁਰੇ ਫਿਰਦੇ ਆ ਡੇਰਿਆਂ 'ਤੇ।
ਉਹਨਾਂ ਦੇ ਮੂੰਹ ਕਾਲੇ ਤਾਂ ਨਹੀਂ ਨਾ ਇੱਥੇ, ਪਰ ਉੱਥੇ ਦਰਬਾਰ ਦੇ ਵਿੱਚ ਧਰਮਰਾਜ ਦੀ ਕਚਹਿਰੀ 'ਚ ਮੂੰਹ ਕਾਲੇ ਹੋਣੇ ਆ। ਮੱਥੇ ਤਿੰਨ ਕਾਲੇ, ਦੇਖੀ ਮੂੰਹ ਕਾਲਾ ਨੰਗਾ ਦੋਜਕ ਚਾਲਿਆ, ਮੂੰਹ ਕਾਲਾ ਦੋਜਕ ਚਾਲਿਆ। ਮਹਾਰਾਜ ਨੇ ਐਨ ਸਾਰੀ ਗੱਲ ਸਮਝਾਈ ਹੈ। ਸਤਿਗੁਰ ਤੋਂ ਜੇ ਮੂੰਹ ਫੇਰੇ, ਮੱਥੇ ਤਿੰਨ ਕਾਲੇ, ਆਨ ਦਿਨ ਦੁੱਖ ਕਮਾਉਂਦੇ। ਉਹ ਵਾਹਿਗੁਰੂ ਜੀ ਸਦਾ ਹੀ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ। ਆਪਣੇ ਵੱਲੋਂ ਤਾਂ ਬੜਾ ਭਲਾ ਕੰਮ ਕਰਦੇ ਨੇ, ਬੜੇ ਲੰਗਰ ਲਾਉਂਦੇ ਨੇ, ਬੜਾ ਸਿਸਟਮ ਕਰਦੇ ਨੇ, ਪਰ ਦੁੱਖ ਉਹਨਾਂ ਦਾ ਖਹਿੜਾ ਨਹੀਂ ਛੱਡਦਾ। ਅਣ ਦਿਨ ਦੁੱਖ ਕਮਾਉਂਦੇ, ਜਮ ਨਿਤ ਜੋ ਹੈ ਜਮ ਜਾਲੇ। ਦੇਖੋ ਜਮਾਂ ਨੇ ਬਾਬਾ ਜੀ ਛੱਡਣਾ ਨਹੀਂ ਉਹਨਾਂ ਨੂੰ। ਜੋ ਨਾ ਜੋ ਸਮਝਦਾ ਕੀ, ਜਿਵੇਂ ਆਪਾਂ ਢੱਗਾ ਜੋਈਦਾ ਮਗਰੋਂ ਆਰ ਮਾਰ ਦੇਣ, ਜਿਹੜਾ ਹਲ ਚਲਾਏ ਨੂੰ ਪਤਾ ਉਹਨੂੰ ਛੋਟੇ ਨੂੰ ਆਰ ਤੋਂ ਭਾਵ ਨਕੀਲਾ ਜਿਹਾ ਕਿਲ ਲੱਗਾ ਹੁੰਦਾ ਸੀ ਉਹਦੇ, ਅਤੇ ਉਹਦੇ ਪੱਟਾਂ 'ਚ ਖੋਭ ਦੇਣੀ, ਤੇਜ਼ ਭੱਜਣਾ। ਇੱਦਾਂ ਕਹਿੰਦੇ ਜੰਮ ਜੋ ਹੈ ਨਿਤ ਜੋ ਹੈ ਜੰਮ ਜਾਲੇ। ਜੰਮ ਦੇ ਜਾਲ ਦੇ ਵਿੱਚ ਬਾਬਾ ਜੀ ਜੋਏ ਜਾਂਦੇ ਨੇ, ਚੰਗੀ ਤਰ੍ਹਾਂ ਪਤਾ ਲੱਗਦਾ ਉਹਨਾਂ ਨੂੰ ਕੀ ਗੱਲ ਬਣਦੀ ਹੈ। ਕਰਤੂਤਾਂ ਮਾੜੀਆਂ ਕਰਦੇ ਨੇ, ਦੁੱਖ ਸਹੇੜਦੇ ਨੇ, ਧਰਮਰਾਜ ਦੇ ਜਮਦੂਤ ਛੱਡਦੇ ਨੇ ਉਹਨਾਂ ਨੂੰ। ਜੰਮ ਜੋਹੇ ਜਾਲੇ, ਸੁਪਨੇ ਸੁੱਖ ਨ ਦੇਖਣੀ। ਦੇਖ ਲਿਓ ਸੁੱਖ, ਕਹਿੰਦਾ ਸਰਦਾਰ ਜੀ ਅੱਖ ਲਾ ਕੇ ਦਿਖਾ ਦੀ ਮੈਨੂੰ ਯਾਰ, ਇੱਥੇ ਦੇ ਬੈੱਡ 'ਤੇ ਸੌਣਾ ਨਾ। ਧਰਮਰਾਜ ਦੀ ਕਚਹਿਰੀ ਦੀ ਗੱਲ ਗੁਰਸਿੱਖ ਦੱਸਦੇ ਨੇ, ਬਾਈ ਉੱਥੇ ਨੀਂਦਰ ਨਹੀਂ ਆਉਂਦੀ। ਨੀਂਦਰ ਦਾ ਉਹ ਸੌਣ ਨਹੀਂ ਦਿੰਦਾ ਕਿਸੇ ਨੂੰ, ਸੌਣ ਦਾ ਤਾਂ ਕੰਮ ਹੀ ਕੋਈ ਨਹੀਂ ਗਾ। ਇੱਥੇ ਹੀ ਆ, ਕਹਿੰਦਾ ਡਬਲ ਬੈੱਡ 'ਤੇ ਗੱਦੇ ਡਾਉਣ ਲੱਭਦੇ, ਮੌਜਾਂ ਸਾਰਾ ਕੁਝ ਇੱਥੇ ਹੀ ਆ। ਉੱਥੇ ਨਹੀਂ ਬਾਬਾ ਜੀ, ਉਹ ਪਤਾ ਉੱਥੇ ਜਾ ਕੇ ਲੱਗਣਾ। ਸੁਪਨੇ ਸੁੱਖ ਨ ਦੇਖਣੀ, ਬਹੁ ਚਿੰਤਾ ਪਰ ਜਾਲੇ। ਦੁਖੀ ਰਹਿੰਦੇ ਨੇ, ਸੁੱਖ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ, ਅਤੇ ਵਾਹਿਗੁਰੂ ਦੀ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਆ, ਸਾਡਾ ਕੀ ਬਣੇਗਾ, ਸਾਡਾ ਕੀ ਬਣੇਗਾ। ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ। ਦੇਖੋ ਸਾਰੇ ਖੇਡ ਉਹਦੀ ਹੋਈ ਆ, ਜੀਆਂ ਨੂੰ ਸਾਰਿਆਂ ਦਾ ਮਾਲਕ ਉਹ ਆਪ ਹੈ, ਪਰ ਸਾਰਿਆਂ ਨੂੰ ਵਾਹਿਗੁਰੂ ਜੀ ਨਾਮ ਦੀ ਦਾਤ ਨਹੀਂ ਜੇ ਦਿੰਦਾ ਨਾ। ਦਾਤਾ ਕਹਿੰਦਾ ਮੈਂ ਸਾਰਿਆਂ ਦਾ ਹੀ ਹਾਂ, ਰੋਟੀ ਮੈਂ ਸਭ ਨੂੰ ਦਿੰਦਾ, ਰਿਜ਼ਕ ਦਿੰਦਾ, ਪਰ ਨਾਮ ਦੀ ਦਾਤ ਮੈਂ ਕਿਸੇ ਵੇਲੇ ਨੂੰ ਦਿੰਦਾ ਜੀ। ਦੇਖ ਲਓ, ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ। ਆਪ ਬਖਸ਼ਿਸ਼ ਕਰਦਾ ਜਿਹਦੇ 'ਤੇ ਉਹਨੂੰ ਨਾਮ ਦੀ ਦਾਤ ਦਿੰਦਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਅੰਮ੍ਰਿਤ ਦੀ ਦਾਤ ਕਹਿੰਦਾ ਜਿਹੜੇ 'ਤੇ ਮੈਨੂੰ ਤਰਸ ਆਉਂਦਾ ਉਹਨੂੰ ਬਖਸ਼ਦਾ ਜੇ। ਐਵੇਂ ਨਹੀਂ ਆਪਣੀ ਵਿਦਵਤਾ, ਵਿਦਵਾਨ ਮੈਂ ਪੜ੍ਹਿਆ ਲਿਖਿਆ, ਮੈਂ ਇਹ ਉਹ, ਮੈਨੂੰ ਤਾਂ ਲੋੜ ਹੀ ਨਹੀਂ। ਲੋੜ ਤੈਨੂੰ ਨਹੀਂ, ਗੁਰੂ ਸਾਹਿਬ ਕਹਿੰਦੇ ਇਹਨੂੰ ਮੈਂ ਦੇਣਾ ਹੀ ਨਹੀਂ ਚਾਹੁੰਦਾ। ਜਿਹਦੇ 'ਤੇ ਤਰਸ ਕਰੇਗਾ ਉਹਨੂੰ ਦੇਗਾ, ਉਹਦੇ ਹੱਥ ਖੇਡ। ਆਪੇ ਬਖਸ਼ ਕਰੇ, ਖੇਡ ਦੇ ਮਾਲਕ ਉਹ ਹੈ ਨਾ। ਕਹਿਣਾ ਕਿਚੂ ਨਾ ਜਾਈ ਜਾਵਈ, ਜਿਸ ਭਾਵੈ ਤਿਸ ਦੇ। ਦੇਖ ਲਓ, ਕੱਲੀ ਕੱਲੀ ਖੇਡ, ਕੱਲਾ ਕੱਲਾ ਲਫ਼ਜ਼, ਕੱਲਾ ਕੱਲਾ ਅਲਫਾਜ਼ ਮੇਰੇ ਸਾਹਿਬ ਦਾ ਮੋਤੀਆਂ ਵਾਂਗੂ ਹੈ, ਹੀਰਿਆਂ ਵਾਂਗੂ ਹੈ। ਇਕੱਠਾ ਤਾਂ ਕਰ, ਕਹਿੰਦਾ ਦੇਖ ਤੇ ਸਹੀ ਕੋਈ ਗੱਲ, ਕੋਈ ਹੁਣ ਤਾਈ ਕੱਢ ਕੇ ਦਿਖਾ ਦੇਵੇ ਦੁਨੀਆ ਦਾ ਵਿਦਵਾਨ, ਗੱਲ ਸਮਝਦੇ ਕਿਉਂ ਨਹੀਂ, ਸਮਝ ਨਹੀਂ ਆਉਂਦੀ। ਸਾਹਿਬ ਕਹਿੰਦੇ ਦੇਖ ਤੇ ਸਹੀ, ਮੈਂ ਦਾਤਾ, ਮੈਂ ਹੀ ਸਾਰਿਆਂ ਨੂੰ ਪਾਲ ਰਿਹਾ, ਮੈਂ ਹੀ ਸਾਰਿਆਂ ਨੂੰ ਜਨਮ ਦਿੰਦਾ, ਮੇਰੀ ਸਾਰੀ ਖੇਡ ਹੈ, ਰਿਜ਼ਕ ਮੈਂ ਸਭ ਨੂੰ ਦਿੰਦਾ, ਪੱਥਰਾਂ ਦੇ ਵਿੱਚ ਕੀੜਿਆਂ ਨੂੰ ਦਿੰਦਾ। ਪਰ ਵਾਹਿਗੁਰੂ ਦਾਤ ਅੰਮ੍ਰਿਤ ਦੀ, ਨਾਮ ਦੀ ਦਾਤ ਕਿਸੇ ਵੇਲੇ ਨੂੰ ਦਿੰਦਾ ਜੀ, ਜਿਹਨੂੰ ਦਿੰਦਾ। ਕਹਿੰਦਾ ਆਪੇ ਜਿਸ ਭਾਵੈ ਤਿਸ ਦੇ, ਕਹਿਣਾ ਕਿਛੂ ਨਾ ਜਾਵੇ। ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ, ਕਿਸੇ ਦਾ ਕੋਈ ਰੋਲ ਨਹੀਂ ਜੇ, ਕੋਈ ਵਿਦਵਤਾ ਨਹੀਂ, ਕੋਈ ਕੁਛ ਨਹੀਂ ਕੰਮ ਕਰਦੀ। ਉਹਦੀ ਆਪਣੀ ਖੇਡ, ਕੋਈ ਚਤਰਾਈ ਨਹੀਂ ਚੱਲਦੀ। ਮੈਂ ਆਪਣੀ ਚਤਰਾਈ ਨਾਲ ਲੈ ਲਿਆ ਜੀ, ਮੈਂ ਆਪਣੀ ਸਿਆਣਪ ਨਾਲ ਲੈ ਲਿਆ ਨਾ। ਜਿਸ ਭਾਵੈ ਤਿਸ ਦੇ, ਜਿਹੜਾ ਉਹਨੂੰ ਸਿਮਰਦਾ ਅਤੇ ਵਾਹਿਗੁਰੂ ਨਾਮ ਚੇਤੇ ਕਰਾਉਂਦਾ ਆਪਣੀ ਕਿਰਪਾ ਨਾਲ। ਆ ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਇਹ ਨਾਨਕ ਉਸ ਦੀ ਮਿਹਰ ਨਾਲ, ਗੁਰੂ ਦੀ ਸ਼ਰਨ ਪਿਆ, ਉਸ ਨਾਲ ਮਿਲਾਪ ਹੁੰਦਾ ਜੇ। ਵਾਹਿਗੁਰੂ ਗੁਰਮੁਖ ਪਾਈਏ, ਸੁਭਾਅ ਗੁਰੂ ਨਾਨਕ ਵਰਗਾ ਬਣਾ ਲਈਏ। ਅੰਮ੍ਰਿਤ ਛਕ ਕੇ, ਇਹ ਨਹੀਂ ਅੰਮ੍ਰਿਤ ਛਕ ਲਿਆ ਅਤੇ ਉੱਥੇ ਹੀ ਨਿੰਦਿਆ ਚੁਗਲੀ 'ਤੇ ਖੜੋਤਾ ਕੰਮ, ਆਖੇ ਜੇ ਅੰਮ੍ਰਿਤ ਛਕ ਲਿਆ ਕੰਮ ਖਤਮ।
ਗੁਰੂ ਸਾਹਿਬ ਕਹਿੰਦੇ ਨਹੀਂ ਪੁੱਤਰ, ਕੰਮ ਸ਼ੁਰੂ ਹੋਇਆ ਹੁਣ ਕਹਾਣੀ ਸ਼ੁਰੂ ਹੋਈ, ਹੁਣ ਪੜ੍ਹਾਈ ਸ਼ੁਰੂ ਹੋਈ, ਹੁਣ ਤੂੰ ਗਾਂ ਕੰਮ ਕਰੇਂਗਾ। ਤੇ ਹੁਣ ਤੂੰ ਕੀ ਕਰ, ਹੁਣ ਗੁਰਮੁਖ ਬਣਨ ਦੇ ਰਾਹ ਤੇ ਤੁਰ ਪੈ। ਤੈਨੂੰ ਗੁਰੂ ਵਾਲਾ ਕਿਰਪਾ ਕੀਤੀ, ਗੁਰੂ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੈਨੂੰ ਗੁਰੂ ਵਾਲਾ ਬਣਾ ਲਿਆ, ਆਪਣਾ ਪੁੱਤਰ ਬਣਾਇਆ। ਤੇ ਹੁਣ ਆਪਣੇ ਪਿਓ ਦੇ, ਆਪਣੇ ਪਿਤਾ ਦੇ ਸਾਰੇ ਗੁਣਾਂ ਨੂੰ ਆਪਣੇ ਅੰਦਰ ਅਡਾਪਟ ਕਰਦਾ ਜਾ, ਇੱਕ ਇੱਕ ਕਰਕੇ ਔਗਣ ਕੱਢਦਾ ਜਾ ਤੇ ਗੁਣਾਂ ਨੂੰ ਅੰਦਰ ਧਾਰਦਾ ਜਾ। ਫੇਰ ਤੂੰ ਮੇਰੇ ਵਰਗਾ ਹੀ ਹੋ ਜਾਏਗਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਹੱਸਦਿਆਂ ਖੇਡਦਿਆਂ ਪਰਿਵਾਰ ਵਿੱਚ ਰਹਿੰਦਿਆਂ ਕੀਲਾਂ ਕਰਦਿਆਂ ਵਾਹਿਗੁਰੂ ਮਿਲ ਜਾਂਦਾ ਜੀ। ਕਿਰਪਾ ਗੁਰੂ ਸਾਹਿਬ ਕਰਦੇ ਨੇ ਤਾਂ ਗੱਲ ਬਣਨੀ। ਇਹ ਗੁਰੂ ਨੂੰ ਤਰਸ ਆਇਆ ਆਪਣੇ ਤੇ। ਵਾਹਿਗੁਰੂ ਆਪਣੇ ਕੋਲ ਇੰਨੀ ਕੋਈ ਖੇਡ ਨਹੀਂ, ਆਪਾਂ ਕੋਈ ਜੀਵ, ਆਪਣਾ ਕੀੜੇ, ਇੱਕ ਕੀੜੀ ਦੀ ਕੀ ਹਸਤੀ ਹੈ ਵਾਹਿਗੁਰੂ ਕੋਈ ਗੱਲ ਕਰ ਸਕੇ। ਇਹ ਤਾਂ ਗੁਰੂ ਆਪ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਦਾ, ਜਿਵੇਂ ਵਾਹਿਗੁਰੂ ਨੂੰ ਬੁਲਾਉਂਦਾ, ਉੱਦਾਂ ਆਪਾਂ ਬੋਲਦੇ ਪਏ। ਬਾਣੀ ਵਾਹਿਗੁਰੂ ਨਿਰੰਕਾਰ ਹੈ। ਸਤਿਗੁਰ ਤੁਸੀਂ ਕਿਰਪਾ ਕਰੋ, ਤਰਸ ਕਰੋ ਸਾਡੇ ਗਰੀਬਾਂ 'ਤੇ ਵੀ, ਸਾਡੇ ਜੀਵਾਂ ਦੇ ਉੱਤੇ ਤੁਸੀਂ ਦਇਆ ਕਰਕੇ ਨਾਮ ਦੀ ਦਾਤ ਦਿੱਤੀ ਹੈ, ਅੰਮ੍ਰਿਤ ਦੀ ਦਾਤ ਦਿੱਤੀ ਹੈ, ਆਪਣੇ ਸ਼ਬਦ ਦੀ ਵਿਚਾਰ ਬਖਸ਼ ਦਿਓ। ਅਤੇ ਸਿਮਰਨ ਵਾਸਤੇ ਵੀ ਸਾਹਿਬ ਜੀ 5-7 ਘੰਟੇ ਦਾ ਟਾਈਮ ਤੁਸੀਂ ਆਪ ਕਢਾਓ, ਆਪਣਾ ਨਾਮ ਤੁਸੀਂ ਆਪ ਜਪਾਓ। ਕਿਉਂ ਭਾਂਡੇ ਕੱਚੇ ਟੁੱਟ ਗਏ, ਬਾਜੀ ਹਾਰ ਕੇ ਜਾਵਾਂਗੇ ਬਾਬਾ ਜੀ। ਬੜਾ ਪਛਤਾਵਾ ਹੋਣਾ, ਇੱਥੇ ਨਹੀਂ ਪਛਤਾਵਾ, ਪਛਤਾਵਾ ਅੱਗੇ ਜਾ ਕੇ ਹੋਣਾ। ਉਹ ਮੂਰਖਾ ਮੈਂ ਕਰਦਾ ਕੀ ਰਿਹਾ। ਇਹ ਗੱਲ ਪੱਕੀ ਹੈ 100%, 10% ਕਹਿ ਲਓ ਵਾਹਿਗੁਰੂ ਸਰਪਰੇ ਬਿਲਕੁਲ ਸੱਚੀ ਗੱਲ ਹੈ। ਪਛਤਾਵਾ ਬਹੁਤ ਹੋਣਾ। ਦਾਤਾ ਦਇਆ ਕਰੇ ਤਾਂ ਖੇਡ ਬਣਦੀ ਹੈ, ਉੱਦਾਂ ਨਹੀਂ ਬਣਦੀ। ਸੋ ਵਾਹਿਗੁਰੂ ਜੀ, ਉਹ 42 ਸ਼ਬਦ ਸ੍ਰੀ ਰਾਗ ਦੇ ਅੰਦਰ ਸੰਪੂਰਨ ਹੋਏ। ਇਹ 9ਵਾਂ ਸ਼ਬਦ ਸੀ ਗੁਰੂ ਅਮਰਦਾਸ ਪਿਤਾ ਜੀ ਦਾ। 33 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਆਪਾਂ ਸ੍ਰੀ ਰਾਗ ਅੰਦਰ ਪੜ੍ਹੇ ਨੇ। 33 ਤੇ 9 42 ਸ਼ਬਦਾਂ ਦਾ ਜੋੜ ਟੋਟਲ ਹੋਇਆ। 4 ਪਦਿਆਂ ਦਾ ਸ਼ਬਦ ਸੀ ਇਹ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।